ਲਾਸਟ ਟਾਈਮ ਅਸੀਂ ਚੈਪਟਰ ਸ਼ੁਰੂ ਕੀਤਾ ਸੀ ਲੀਨੀਅਰ ਪ੍ਰੋਗਰਾਮਿੰਗ ਦਾ ਤੇ ਇੱਕ ਐਗਜ਼ਾਮਪਲ ਕੀਤੀ ਸੀ, ਸਮਸ ਵੀ ਦਿੱਤੇ ਸੀ ਕਰਨ ਵਾਸਤੇ। ਅੱਜ ਅਸੀਂ ਹੋਰ ਉਹਦੀਆਂ ਐਗਜ਼ਾਮਪਲਸ ਦੇਖਾਂਗੇ। ਇੱਕ ਐਗਜ਼ਾਮਪਲ ਹੈ ਮੈਕਸਿਮਾਈਜ਼ ਐਂਡ ਮਿਨੀਮਾਈਜ਼ z is equal to 2x plus 3y minus 1 subject to the constraints x plus y greater than or equals to 5, x plus y less than or equals to 12, x less than equals to 10, y less than is equal to 10, x comma y are greater than equal to 0। मतलब x ਤੇ y दोनों पॉजिटिव है। सोल्यूशन किस तरह करना है ਇਹਦਾ? सब तो पहले तो मैं क्या सी कि जो स्टेटमेंट हैगी उन्होंने एज इट इज़ लिखना है। वी आर टू मैक्सिमाइज एंड मिनिमाइज z is equal to 2x plus 3y minus 1 subject to the constraints x plus y greater than or is equal to 5, x plus y less than or equals to 12, x less than or equals to 10, y less than or equals to 10, x greater than equals to 0, y greater than equal to 0। ਇਹਦਾ ਮੀਨਿੰਗ ਤਾਂ ਸਿਰਫ ਹੈਗਾ ਕਿ x ਤੇ y ਦੋਨੋਂ ਪੋਜ਼ਿਟਿਵ ਹੈ, ਇਸ ਲਈ ਅਸੀਂ ਜਿਹੜਾ ਗ੍ਰਾਫ ਵਗੈਰਾ ਜੋ ਵੀ ਡਰਾ ਕਰਨਾ ਹੈ ਉਹ ਫਸਟ ਕੁਆਡਰੈਂਟ ਦੇ ਵਿੱਚ ਹੀ ਡਰਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਨੂੰ ਲੈ ਕੇ ਚੱਲਾਂਗੇ। ਲਾਸਟ ਟਾਈਮ ਹੀ ਦੱਸਿਆ ਸੀ ਜਿਹੜਾ z ਹੈਗਾ ਉਹਨੂੰ ਸਭ ਤੋਂ ਐਂਡ ਤੇ ਯੂਜ਼ ਕਰਨਾ ਹੁੰਦਾ, ਜਿਹਨੂੰ ਅਸੀਂ ਮੈਕਸਿਮਾਈਜ਼ ਜਾਂ ਮਿਨੀਮਾਈਜ਼ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਲੈ ਕੇ ਚੱਲਾਂਗੇ x plus y greater than or equals to 5। ਨਾਓ x plus y greater than or equals to 5, ਇਹਨੂੰ ਅਸੀਂ ਨੰਬਰ 1 ਮਾਰਕ ਕਰਤਾ। ਇਕੁਐਲਿਟੀ ਦਾ ਸਾਈਨ ਲੈ ਕੇ ਚੱਲ ਪੋ, x plus y is equal to 5, ਇਹਨੂੰ ਨੰਬਰ 2 ਮਾਰਕ ਕਰ ਦਿਓ। ਹੁਣ ਜਿਹੜਾ ਨੰਬਰ 2 ਹੈ ਇਹਦੇ ਵਿੱਚ ਇੱਕ ਵਾਰੀ x ਨੂੰ 0 ਪੁੱਟ ਕਰੋ ਤੇ y ਦੀ ਵੈਲਿਊ ਨਿਕਲ ਆਏਗੀ, ਫਿਰ y ਨੂੰ 0 ਪੁੱਟ ਕਰੋਗੇ ਤੇ x ਦੀ ਵੈਲਿਊ ਨਿਕਲ ਆਏਗੀ। ਪੁੱਟ x is equal to 0 in equation number 2, x ਨੂੰ 0 ਪੁੱਟ ਕਰੋਗੇ y is equal to ਕਿੰਨਾ ਆਏਗਾ 5, ਪੁੱਟ y equals to 0 in 2। ਹੁਣ ਇਸ ਤੋਂ ਬਾਅਦ y ਨੂੰ 0 ਪੁੱਟ ਕਰ ਦਿਓ, y ਨੂੰ 0 ਪੁੱਟ ਕਰੋਗੇ ਤੇ x ਦਾ ਆਂਸਰ ਕਿੰਨਾ ਆ ਜਾਏਗਾ 5। ਨੀਚੇ ਅਸੀਂ ਟੇਬਲ ਬਣਾ ਲੈਣਾ, ठीक है। x ਤੇ y x 0 ਸੀ ਤੇ y ਦਾ ਆਨਸਰ 5 ਆਇਆ 0,5, ਫਿਰ ਜਦੋਂ y 0 ਹੈ ਤੇ x ਦਾ ਆਨਸਰ ਕਿੰਨਾ ਆ ਗਿਆ 5। ਇਹਦਾ ਟੇਬਲ ਬਣਾਇਆ। ਹੁਣ ਅਸੀਂ ਇਹ ਵਾਲੀ ਇਕੁਏਸ਼ਨ ਲੈ ਕੇ ਚੱਲਾਂਗੇ x plus y less than or equals to 12। ਅਗੇਨ x plus y less than or equals to 12, ਨੰਬਰ 3 ਮਾਰਕ ਕਰ ਦੇਣਾ ਹੈ। ਫਿਰ ਇਕੁਐਲਿਟੀ ਦਾ ਸਾਈਨ ਲੈ ਲੈਣਾ ਹੈ, x plus y is equal to 12 ਐਂਡ ਨੰਬਰ 4 ਮਾਰਕ ਕਰ ਦੇਣਾ ਹੈ। ਇਹ ਨੰਬਰ 4 ਦੇ ਵਿੱਚ ਇੱਕ ਵਾਰੀ ਅਸੀਂ x ਨੂੰ 0 ਪੁੱਟ ਕਰਨਾ ਹੈ ਤੇ y ਦੀ ਵੈਲਿਊ ਨਿਕਾਲ ਲੈਣੀ ਹੈ, ਫਿਰ y ਨੂੰ 0 ਪੁੱਟ ਕਰਨਾ ਤੇ x ਦੀ ਵੈਲਿਊ ਨਿਕਾਲ ਲੈਣੀ ਹੈ। ਪੁੱਟ x is equal to 0 in equation number 4, ਨੰਬਰ 4 ਦੇ ਵਿੱਚ x ਨੂੰ 0 ਪੁੱਟ ਕਰ ਦੇਣਾ ਹੈ, y ਦੀ ਵੈਲਿਊ ਕਿੰਨੀ ਨਿਕਲ ਆਈ 12। ਇਸ ਤੋਂ ਬਾਅਦ ਇਹ ਜਿਹੜੀ ਨੰਬਰ 4 ਵਾਲੀ ਇਕੁਏਸ਼ਨ ਹੈ ਇਹ 'ਚ y ਨੂੰ 0 ਪੁੱਟ ਕਰਨਾ, ਪੁੱਟ y equal to 0। ਹੁਣ y ਨੂੰ 0 ਪੁੱਟ ਕਰਾਂਗੇ ਨੰਬਰ 4 ਦੇ ਵਿੱਚ ਤੇ x ਦੀ ਵੈਲਿਊ ਕਿੰਨੀ ਨਿਕਲ ਆਏਗੀ 12। ਇਹਦਾ ਵੀ ਟੇਬਲ ਬਣਾ ਲੈਣਾ ਹੈ। ਜਦੋਂ ਅਸੀਂ x ਨੂੰ 0 ਪੁੱਟ ਕੀਤਾ ਸੀ y ਦਾ ਆਨਸਰ 12 ਹੈ ਤੇ y ਨੂੰ 0 ਪੁੱਟ ਕੀਤਾ ਤੇ x ਦਾ ਆਨਸਰ 12 ਹੈ। ਠੀਕ ਹੈ, ਇਹ ਪਹਿਲਾਂ ਅਸੀਂ ਦੋਨਾਂ ਦੇ ਟੇਬਲ ਬਣਾ ਲਿੱਤੇ। ਹੁਣ ਅਸੀਂ ਇਹਦਾ ਦੇਖਣਾ ਹੈ। ਠੀਕ ਹੈ, ਇਹਨੂੰ ਕਿਸ ਤਰ੍ਹਾਂ ਅਸੀਂ ਟੇਬਲ ਬਣਾਉਣਾ ਹੈ, ਇਹਦਾ ਕੀ ਲਿਖਣਾ ਹੈਗਾ x ਲੈਸ ਦੈਨ ਔਰ ਇਕੁਅਲਸ ਟੂ 12 ਤੇ 10, y ਲੈਸ ਦੈਨ ਔਰ ਇਜ਼ ਇਕੁਅਲ ਟੂ 10। ਠੀਕ ਹੈ, ਇਹਨਾਂ ਦਾ ਇਸ ਤਰੀਕੇ ਦੇ ਨਾਲ ਟੇਬਲ ਨਹੀਂ ਬਣਾਉਣਾ, ਇਹਨਾਂ ਦਾ ਜਿਹੜਾ ਗ੍ਰਾਫ ਹੈਗਾ ਉਹ ਕਿਸ ਤਰੀਕੇ ਨਾਲ ਬਣੇਗਾ। ਠੀਕ ਹੈ, ਉਹ ਨੈਕਸਟ ਦੇਖਦੇ ਹਾਂ ਅਸੀਂ। ਨੈਕਸਟ ਮੈਂ ਲਿਖਿਆ A B C D E F is the required feasible region, is the required feasible region which satisfies all the constraints। A B C D E F ਉਹ ਵਾਲਾ feasible region ਹੈ ਜਿਹੜੀਆਂ ਸਾਰੀਆਂ constraints ਨੂੰ satisfy ਕਰਦਾ ਪਿਆ। ਨੈਕਸਟ ਹੈ corner points of feasible region are, ਉਹ ਦੱਸਦੇ ਤੁਹਾਨੂੰ ਕੀ ਪੁਆਇੰਟ ਹੈਗਾ, ਇੱਕ A ਪੁਆਇੰਟ ਹੈ 5,0, ਇੱਕ B ਪੁਆਇੰਟ ਹੈਗਾ 10,0, ਇੱਕ C ਪੁਆਇੰਟ ਹੈ 10,2, D ਪੁਆਇੰਟ ਹੈ 2,10, E 0,10 ਤੇ F ਪੁਆਇੰਟ ਕਿੰਨਾ 0 ਤੇ 5। ਇਹ ਜਿਹੜੇ 6 ਦੇ 6 ਪੁਆਇੰਟਸ ਹੈਗੇ ਆ ਇਹ 1 ਬਾਈ 1 ਅਸੀਂ Z ਵਿੱਚ ਪੁੱਟ ਕਰਨੇ ਹੈਗੇ। ਜਿਹੜਾ ਸਟਾਰਟਿੰਗ ਵਿੱਚ ਸਾਨੂੰ Z ਦਿੱਤਾ ਹੋਇਆ ਸੀ ਸਟੇਟਮੈਂਟ ਦੇ ਵਿੱਚ, ਜਿਹੜਾ ਸਾਨੂੰ ਸਟਾਰਟਿੰਗ ਦੇ ਵਿੱਚ Z ਦਿੱਤਾ ਹੋਇਆ ਸੀ ਇਹ ਸਾਰੇ ਅਸੀਂ ਪੁਆਇੰਟ ਉਹਦੇ ਵਿੱਚ ਪੁੱਟ ਕਰਨੇ। Z ਕੀ ਦਿੱਤਾ ਹੋਇਆ ਸੀ ਜਿਹਨੂੰ ਅਸੀਂ ਮੈਕਸਿਮਾਈਜ਼ ਤੇ ਮਿਨੀਮਾਈਜ਼ ਕਰਨਾ ਹੈ 2x plus 3y minus 1। ਅਸੀਂ ਇੱਥੇ ਪੁਆਇੰਟ ਪੁੱਟ ਕਰਨਾ x ਤੇ y ਦੀ ਜਗ੍ਹਾ ਦੇ ਵਿੱਚ, z ਦੀ ਵੈਲਿਊ ਦੇਖਾਂਗੇ ਕੀ ਆਏਗੀ। ਪਹਿਲਾਂ ਅਸੀਂ ਲਿਖਣ ਲੱਗੇ ਆ ਪੁਆਇੰਟ, ਪਹਿਲਾ ਪੁਆਇੰਟ ਕੀ ਹੈਗਾ ਐਟ a.5,0, z ਕੀ ਆਏਗਾ 2x, x ਮੇਰਾ 5 ਹੈਗਾ ਪਲੱਸ 3y, y ਮੇਰਾ 0 ਹੈ ਮਾਈਨਸ 1 ਸੇਮ ਆਏਗਾ 2 into 5 10, 3 into 0 0 ਮਾਈਨਸ 1, 10 ਮਾਈਨਸ 1 9 ਆ ਜਾਏਗਾ। ਅਗਲਾ ਪੁਆਇੰਟ ਹੈ ਐਟ b 10,0, z is equal to 2 into 10 क्योंकि x मेरा 10 है प्लस 3 into 0, y मेरा 0 है माइनस 1, 2 into 10 20, 20 माइनस 1 कितना आएगा 19। एट c पॉइंट 10,2, z is equal to 2 into 10, x 10 है y 2 है
-1, 20 + 6 -1, 26 -1 कितना आएगा 25। नेक्स्ट पॉइंट है एट डी 2, 10 z इज इक्वल टू 2 × 2 + 3 × 10, 30 + 4, 34 ਤੇ ਵਿੱਚੋਂ 1 ਮਾਈਨਸ ਕਰ ਦੋ 33। ਸਿਮਿਲਰਲੀ ई पॉइंट 0, 10 x 0 है y 10 है, पुट कर दो 29 आ जाएगा। एट एफ पॉइंट 0, 5 x दिएगा 0 y दिएगा 5, पुट कर दो z ਦਾ ਆਨਸਰ ਕਿੰਨਾ ਆਏਗਾ 14 ਆ ਜਾਏਗਾ। ਹੁਣ ਇਹਦੇ ਵਿੱਚੋਂ z ਦੀ ਮੈਕਸਿਮਮ ਵੈਲਿਊ ਕਿੰਨੀ ਆਂਦੀ ਪਈ ਹੈ 33 ਤੇ ਮਿਨੀਮਮ ਵੈਲਿਊ ਕਿੰਨੀ ਆਂਦੀ ਪਈ 9 ਤੇ ਅਸੀਂ ਮੈਕਸਿਮਾਈਜ਼ ਤੇ ਮਿਨੀਮਮ ਦੋਨੋਂ ਵੈਲਿਊ ਲਿਖਾਂਗੇ ਲਾਸਟ ਤੇ ਕਿਉਂਕਿ ਉਹਨੇ ਮੈਕਸਿਮਮ ਤੇ ਮਿਨੀਮਮ ਦੋਨੋਂ ਵੈਲਿਊਜ਼ ਕਿਹਾ ਸੀ। Therefore, maximum value of z is equal to 33 at 2, 10 and minimum value of z is 9 at 5, 0 ਤੇ ਇਹ ਆਨਸਰ ਸਾਡਾ ਹੋ ਗਿਆ। ਮੈਕਸਿਮਮ ਵੈਲਿਊ 33 ਆ ਗਈ, ਮਿਨੀਮਮ ਵੈਲਿਊ ਕਿੰਨੀ ਆ ਗਈ 9। ਨੈਕਸਟ ਇੱਕ ਐਗਜ਼ਾਮਪਲ ਹੋਰ ਹੈ, ਸੋਲਵ ਦਾ ਫੋਲੋਇੰਗ ਪ੍ਰੋਬਲਮ ਗ੍ਰਾਫਿਕਲੀ ਲੀਨੀਅਰ ਪ੍ਰੋਗਰਾਮਿੰਗ minimize and maximize z is equal to 3x plus 9y subject to the constraints x plus 3y less than equals to 60, x plus y greater than equals to 10, x less than equals to y। ਇਹਦੇ ਕਰਕੇ ਥੋੜਾ ਚੇਂਜ ਹੈ ਸਮ x less than equals to y। ਦੇਖੋ ਜਿਹੜੀ ਅਸੀਂ ਉੱਪਰ ਵਾਲੀ ਕੰਡੀਸ਼ਨ ਹੈ ਉਹ 'ਚ ਕੌਨਸਟੈਂਟ ਟਰਮ ਦਿੱਤੀ ਹੋਈ ਹੈ, ਸੈਕਿੰਡ ਵਾਲੀ ਜਿਹੜੀ ਇਕੁਏਸ਼ਨ ਹੈ ਉਹਦੇ 'ਚ ਵੀ ਕੌਨਸਟੈਂਟ ਟਰਮ ਦਿੱਤੀ ਹੋਈ, ਐਕਸ ਵਾਈ ਤੇ ਦਿੱਤੇ ਹੋਏ ਨਾਲ ਕੋਈ ਕੌਨਸਟੈਂਟ ਟਰਮ ਵੀ ਦਿੱਤੀ ਹੋਈ 60 ਨੂਮੈਰੀਕਲ ਵੈਲਿਊ ਦਿੱਤੀ ਹੋਈ ਹੈ, ਇਹ 'ਚ ਵੀ 10 ਪਰ ਇਹਦੇ ਵਿੱਚ ਦੇਖੀਏ ਤਾਂ ਸਿਰਫ ਸਾਨੂੰ x ਤੇ y ਹੀ ਦਿੱਤੇ ਹੋਏ ਹੈ, x ਲੈਸ ਦੈਨ ਇਕੁਅਲਸ ਟੂ y ਠੀਕ ਹੈ, ਨਾਲ ਕੋਈ ਨੂਮੈਰੀਕਲ ਵੈਲਿਊ ਨਹੀਂ ਦਿੱਤੀ ਹੋਈ। ਇਹਦੇ ਕਰਕੇ ਥੋੜਾ ਜਿਹਾ ਸਮ ਥੋੜਾ ਚੇਂਜ ਹੈਗਾ। ਬਾਕੀ ਜਿਸ ਤਰ੍ਹਾਂ ਅਸੀਂ ਪਿਛਲੇ ਸਮ ਕੀਤੇ ਉਸੇ ਤਰੀਕੇ ਨਾਲ ਇਹ ਵੀ x ਗ੍ਰੇਟਰ ਦੈਨ ਇਕੁਅਲ ਟੂ 0 y ਗ੍ਰੇਟਰ ਦੈਨ ਇਕੁਅਲ ਟੂ 0 ਦਾ ਮੀਨਿੰਗ ਹੈ ਕਿ ਫਸਟ ਕੁਆਡਰੈਂਟ ਦੇ ਵਿੱਚ ਅਸੀਂ ਫਿਜ਼ੀਬਲ ਰੀਜਨ ਫਾਈਂਡ ਕਰਨਾ ਹੋਵੇ। ਸੋਲੂਸ਼ਨ ਪਹਿਲਾਂ ਤਾਂ ਮੈਂ ਕਿਹਾ ਸਟੇਟਮੈਂਟ ਲਿਖਣੀ ਹੈ, ਵੀ ਆਰ ਟੂ ਮਿਨੀਮਾਈਜ਼ ਐਂਡ ਮੈਕਸਿਮਾਈਜ਼ z ਇਜ਼ ਇਕੁਅਲ ਟੂ 3x plus 9y। ਕੋਈ ਵੀ ਸਮ ਸ਼ੁਰੂ ਕਰੋ ਪਹਿਲਾਂ ਸਟੇਟਮੈਂਟ ਐਜ਼ ਇਟ ਇਜ਼ ਹੀ, subject to the constraints x plus 3y less than equal to 60, x plus y greater than equals to 10, x less than equals to y, x greater than equal to 0 and y greater than equal to 0। ਪਹਿਲਾਂ ਅਸੀਂ ਇਹਦਾ ਗ੍ਰਾਫ ਬਣਾਵਾਂਗੇ ਜੋ ਪਿਛਲੀ ਐਗਜ਼ਾਮਪਲ 'ਚ ਸਮਝਾਇਆ ਜਾਂ ਪਹਿਲਾਂ ਵੀ ਸਮਝਾਇਆ ਹੈ ਉਹ ਸੇਮ ਬਣਨਾ ਹੈ। x plus 3y less than equal to 60 ਨੰਬਰ 1 ਮਾਰਕ ਕਰਾਂਗੇ, ਲੈਸ ਦੈਨ ਦੀ ਜਗ੍ਹਾ ਇਕੁਐਲਿਟੀ ਦਾ ਸਾਈਨ ਲੈ ਲਿੱਤਾ। ਇੱਕ ਵਾਰੀ ਅਸੀਂ ਇਹਦੇ ਵਿੱਚ x ਨੂੰ 0 ਪੁੱਟ ਕੀਤਾ, x ਨੂੰ 0 ਪੁੱਟ ਕਰਾਂਗੇ ਤਾਂ 3y ਕਿਹਦੇ ਇਕੁਅਲ ਆ ਜਾਏਗਾ 60 ਦੇ 3 ਨੀਚੇ ਲੈ ਆਓ, 60 ਨੂੰ 3 ਨਾਲ ਡਿਵਾਈਡ ਕਰਾਂਗੇ y ਦਾ ਆਨਸਰ 20 ਆ ਜਾਏਗਾ। ਉਸ ਤੋਂ ਬਾਅਦ ਹੁਣ ਅਸੀਂ y ਨੂੰ 0 ਪੁੱਟ ਕਰਾਂਗੇ, ਇਹਦੇ 'ਚ ਨੰਬਰ 2 'ਚ y ਨੂੰ 0 ਪੁੱਟ ਕਰਾਂਗੇ 0 ਹੋ ਜਾਏਗਾ ਤੇ x ਦਾ ਆਨਸਰ 60 ਆ ਜਾਏਗਾ। ਤੇ ਟੇਬਲ ਬਣਾ ਲਿੱਤਾ x ਤੇ y, ਜਦੋਂ ਅਸੀਂ x ਨੂੰ 0 ਪੁੱਟ ਕੀਤਾ ਸੀ y ਦਾ ਆਨਸਰ 20 ਆਇਆ ਤੇ ਜਦੋਂ ਅਸੀਂ y ਨੂੰ 0 ਪੁੱਟ ਕੀਤਾ ਹੋਇਆ ਤੇ x ਦਾ ਆਨਸਰ 60 ਆਇਆ। 0,20 60,0। ਹੁਣ ਅਸੀਂ ਇਹ ਦੂਸਰੀ ਲਾਈਨ ਦਾ ਗ੍ਰਾਫ ਬਣਾਵਾਂਗੇ, x plus y greater than equals to 10 ਨੰਬਰ 3 ਮਾਰਕ ਕਰ ਦੇਣਾ, x plus y is equal to 10 ਇਹਨੂੰ ਨੰਬਰ 4, x ਨੂੰ 0 ਪੁੱਟ ਕਰਾਂਗੇ y ਦਾ ਆਨਸਰ 10 ਆ ਜਾਏਗਾ, y ਨੂੰ 0 ਪੁੱਟ ਕਰਾਂਗੇ ਤੇ x ਦਾ ਆਨਸਰ ਕਿੰਨਾ ਆਏਗਾ 10। ਇਹਦਾ ਵੀ ਟੇਬਲ ਬਣਾ ਲਾਂਗੇ x 0 y 10 ਐਂਡ y 0 x 10, ਇਹਦਾ ਇਹ ਟੇਬਲ ਬਣ ਜਾਏਗਾ। ਹੁਣ ਮੇਨ ਜਿਹੜਾ ਹੈਗਾ ਇਹ ਸਮਝਣ ਵਾਲਾ ਹੈਗਾ ਤੀਸਰੀ ਲਾਈਨ ਜਿਹੜੀ ਹੈ x ਲੈਸ ਦੈਨ ਔਰ ਇਕੁਅਲਸ ਟੂ y, ਇਹਨੂੰ ਨੰਬਰ 5 ਮਾਰਕ ਕਰਤਾ, ਇਕੁਐਲਿਟੀ ਦਾ ਸਾਈਨ ਲੈ ਲਿੱਤਾ x ਇਜ਼ ਇਕੁਅਲ ਟੂ y ਇਹਨੂੰ ਨੰਬਰ 6। ਹੁਣ ਖਿਆਲ ਰੱਖਣਾ ਜਿਸ ਤਰ੍ਹਾਂ ਅਸੀਂ ਬਾਕੀ ਕੀਤੇ ਸਮਸ ਇੱਕ ਵਾਰੀ x ਨੂੰ 0 ਪੁੱਟ ਕਰਦੇ ਸੀ y ਨਿਕਾਲ ਲੈਂਦੇ ਸੀ, ਫਿਰ y ਨੂੰ 0 ਪੁੱਟ ਕਰਦੇ ਸੀ x ਨਿਕਾਲ ਲੈਂਦੇ ਸੀ, ਇਹ ਉਸ ਤਰੀਕੇ ਨਾਲ ਸਮ ਨਹੀਂ ਹੈਗਾ। ਇਹਦੇ ਵਿੱਚ ਰਾਈਟ ਸਾਈਡ ਤੇ ਜਿਹੜਾ ਵੇਰੀਏਬਲ ਹੈਗਾ ਉਹਨੂੰ ਤੁਸੀਂ ਪੁੱਟ ਕਰ ਦਿਓ, ਜਿਹੜੀ ਮਰਜ਼ੀ ਵੈਲਿਊ ਪੁੱਟ ਕਰ ਸਕਦੇ ਹੋ, ਜੋ ਮਰਜ਼ੀ ਪੁੱਟ ਕਰ ਦਿਓ। ਹੁਣ ਇਹਦੇ ਵਿੱਚ ਮੈਂ ਰਾਈਟ ਸਾਈਡ ਤੇ ਪੁੱਟ y ਇਜ਼ ਇਕੁਅਲ ਟੂ 10, ਮੈਂ y ਦੀ ਵੈਲਿਊ ਇੱਥੇ 10 ਪੁੱਟ ਕੀਤੀ ਹੈ ਠੀਕ ਹੈ। ਜੇ ਮੈਂ y ਦੀ ਵੈਲਿਊ 10 ਪੁੱਟ ਕਰਾਂਗਾ ਤੇ ਮੇਰੇ x ਦਾ ਆਨਸਰ ਵੀ 10 ਹੀ ਆ ਜਾਏਗਾ, x ਇਜ਼ ਇਕੁਅਲ ਟੂ 10। ਪੁੱਟ y ਇਜ਼ ਇਕੁਅਲ ਟੂ 20, ਹੁਣ y ਦੀ ਵੈਲਿਊ 20 ਪੁੱਟ ਕਰੋ, ਕਮ ਸੇ ਕਮ ਦੋ ਵੈਲਿਊ ਜ਼ਰੂਰ ਪੁੱਟ ਕਰਨੀ ਹੈ ਤੇ ਪੁੱਟ ਵੀ ਉਹਨੂੰ ਹੀ ਪੁੱਟ ਕਰਨਾ ਜੋ ਰਾਈਟ ਸਾਈਡ ਤੇ ਵੇਰੀਏਬਲ ਹੈਗਾ। ਜੇ ਰਾਈਟ ਸਾਈਡ ਤੇ ਤੁਹਾਡੇ ਕੋਲ x ਹੋਵੇ ਤੇ x ਨੂੰ ਪੁੱਟ ਕਰੋ ਤੇ ਜੇ ਇੱਧਰ y ਹੋਵੇ ਤੇ y ਨੂੰ ਪੁੱਟ ਕਰੋ। ਹੁਣ ਮੈਂ y ਨੂੰ 20 ਪੁੱਟ ਕਰਤਾ ਇੱਥੇ, ਜੇ y ਨੂੰ 20 ਪੁੱਟ ਕਰਾਂਗੇ ਤਾਂ x ਦਾ ਆਨਸਰ ਵੀ 20 ਹੀ ਆਏਗਾ, x ਇਜ਼ ਆਲਸੋ 20। ਇਹ ਖਿਆਲ ਰੱਖਣਾ ਹੈ ਤੁਸੀਂ ਜਿਹੜਾ ਰਾਈਟ ਸਾਈਡ ਤੇ ਵੇਰੀਏਬਲ ਹੈਗਾ ਉਹਨੂੰ ਕੁਝ ਵੀ ਪੁੱਟ ਕਰ ਸਕਦੇ ਹੋ, ਇਹ ਤੁਹਾਡੀ ਮਰਜ਼ੀ ਹੈਗੀ ਹੈ, ਜੋ ਮਰਜ਼ੀ ਪੁੱਟ ਕਰੋ। ਇਹ ਨਹੀਂ ਕਿ ਮੈਂ ਜੇ 10 20 ਪੁੱਟ ਕੀਤਾ ਤੁਸੀਂ ਵੀ ਇੱਥੇ y ਦੀ 10 20 ਹੀ ਪੁੱਟ ਕਰਨਾ ਹੈ। ਤੁਸੀਂ ਇੱਥੇ y ਨੂੰ 30 ਪੁੱਟ ਕਰ ਦਿਓ, ਜੇ y ਨੂੰ 30 ਪੁੱਟ ਕਰੋਗੇ x ਦਾ ਆਨਸਰ ਵੀ 30 ਆਏਗਾ। ਤੁਸੀਂ y ਨੂੰ 15 ਪੁੱਟ ਕਰ ਦਿਓ, ਜੇ y ਨੂੰ 15 ਪੁੱਟ ਕਰੋਗੇ x ਦਾ ਆਨਸਰ ਵੀ 15 ਹੀ ਆਏਗਾ। ਇਹਦਾ ਵੀ ਅਸੀਂ ਇੱਥੇ ਟੇਬਲ ਬਣਾ ਲੈਣਾ, ਪਰ 0 0 ਨਹੀਂ ਪੁੱਟ ਕਰਨਾ ਹੈ, ਖਿਆਲ ਰੱਖਣਾ ਹੈ। ਇਹ ਸਮ ਨੂੰ ਬਾਕੀ ਤਰੀਕੇ ਨਾਲ ਨਹੀਂ ਕਰਨਾ ਜਿਸ ਤਰ੍ਹਾਂ ਪਿਛਲੀ ਅਸੀਂ ਦੋ ਲਾਈਨਸ ਨੂੰ ਸੋਲਵ ਕੀਤਾ, ਇੱਕ ਵਾਰੀ x ਨੂੰ 0 ਪੁੱਟ ਕੀਤਾ y ਨਿਕਾਲ ਲਿੱਤਾ, ਇਹਦੇ ਵਿੱਚ 0 0 ਪੁੱਟ ਨਹੀਂ ਕਰੀਂਦਾ ਠੀਕ ਹੈ। ਬਾਕੀ ਜੋ ਮਰਜ਼ੀ ਵੈਲਿਊ ਪੁੱਟ ਕਰ ਸਕਦੇ ਹੋ। ਟੇਬਲ ਕਿਸ ਤਰ੍ਹਾਂ ਬਣਾਵਾਂਗੇ x y ਦਾ, ਜਦੋਂ ਅਸੀਂ x ਦਾ ਆਨਸਰ 10 ਆਇਆ ਕਦੋਂ, ਜਦੋਂ y ਨੂੰ 10 ਪੁੱਟ ਕੀਤਾ ਸੀ, ਇਹ ਆ ਗਿਆ 10, 10। ਫਿਰ ਜਦੋਂ ਅਸੀਂ y ਨੂੰ 20 ਪੁੱਟ ਕੀਤਾ x ਦਾ ਆਨਸਰ ਕਿੰਨਾ ਆ ਗਿਆ 20। ਹੁਣ ਅਸੀਂ ਇਹਦਾ ਗ੍ਰਾਫ ਬਣਾਵਾਂਗੇ ਠੀਕ ਹੈ। ਹੁਣ ਗ੍ਰਾਫ ਵੀ ਕਿਸ ਤਰ੍ਹਾਂ ਬਣਾਉਣਾ ਹੈਗਾ ਇਹਦਾ,
ਹੁਣ ਅਸੀਂ ਪਹਿਲਾਂ ਤਾਂ ਇਹਦਾ ਟੇਬਲ ਬਣਾ ਚੁੱਕੇ ਹੋਏ ਹਾਂ, 2 ਟੇਬਲ ਜਿਹੜੇ ਇਹਦੇ ਬਣਾਏ ਹੋਏ ਹੈ, ਠੀਕ ਹੈ। ਉਹ ਰਫਲੀ ਮੈਂ ਟੇਬਲ ਇੱਥੇ ਵੀ ਲਿਖਣ ਲੱਗਿਆ ਵਾਂ, ਤੁਹਾਨੂੰ ਪਤਾ ਵੀ ਲੱਗ ਜਾਏਗਾ। ਪਹਿਲਾ ਟੇਬਲ ਮੇਰੇ ਕੋਲ ਕੀ ਬਣਿਆ ਹੈ, ਪਹਿਲੇ ਟੇਬਲ ਦੇ ਵਿੱਚ ਮੇਰੇ ਕੋਲ ਵੈਲਿਊ ਨਿਕਲੀ ਹੋਈ ਹੈ, ਇੱਕ x0 ਹੈ, y20 ਹੈ, y0 ਹੈ ਤੇ x60 ਹੈ। ਦੂਸਰੇ ਟੇਬਲ ਦੇ ਵਿੱਚ ਵੀ ਮੇਰੇ ਕੋਲ xy ਦੀ ਵੈਲਿਊ ਹੈ, x0 ਹੈ, y10 ਹੈ, y0 ਹੈ ਤੇ x ਕਿੰਨਾ ਹੈਗਾ 10। ਅਸੀਂ ਇਹਦਾ ਗ੍ਰਾਫ ਬਣਾਵਾਂਗੇ, ਇੱਧਰ x ਐਕਸਿਸ ਤੇ ਇੱਧਰ y ਐਕਸਿਸ। ਪਹਿਲਾਂ ਮੈਂ ਇਹ ਵਾਲਾ ਬਣਾਉਣਾ ਹੈਗਾ, x0 ਹੈ ਤੇ y20 ਹੈ, x60, ਇੱਧਰ ਮੈਂ 10 20 30 40 50 60 ਤੱਕ ਲਿਖ ਦਿੱਤਾ x ਐਕਸਿਸ ਦੇ ਲੌਂਗ, y ਐਕਸਿਸ ਦੇ ਲੌਂਗ ਵੀ 10 20 30 40 50 60 ਤੱਕ ਲਿਖ ਦਿੱਤਾ ਹੈ। ਪਹਿਲਾਂ ਹੈਗਾ ਮੇਰੇ ਕੋਲ x0 y20, x0 ਹੈ y20 ਹੈ, ਇਹ ਪੁਆਇੰਟ ਆ ਗਿਆ 0,20। ਨੈਕਸਟ ਹੈਗਾ x60 ਹੈ y0 ਹੈ, x60 ਹੈ y0 ਹੈ, ਇਹ ਆ ਗਿਆ 60,0। ਇਹਨੂੰ ਜੁਆਇਨ ਕਰ ਦਿਓ ਆਪਸ ਵਿੱਚ। ਇਸ ਤੋਂ ਬਾਅਦ ਹੈ ਮੇਰੇ ਕੋਲ ਦੂਸਰਾ ਟੇਬਲ, x0 ਹੈ y10 ਹੈ, x0 ਹੋਗਾ y10 ਹੈ, ਇਹ ਮੇਰੇ ਕੋਲ ਆ ਗਿਆ 0,10। ਨੈਕਸਟ ਹੈਗਾ x10 ਹੈ y0 ਹੈ, ਇਹ ਪੁਆਇੰਟ ਆ ਗਿਆ ਮੇਰੇ ਕੋਲ 10,0 10,0। ਇਹਨੂੰ ਵੀ ਆਪਸ ਵਿੱਚ ਜੁਆਇਨ ਕਰ ਦਿਓ। ਇਹ 2 ਲਾਈਨਸ ਦਾ ਕਰ ਲਿੱਤੀਆਂ। ਹੁਣ ਇਹ ਤੀਸਰਾ ਦੇਖੋ ਜਿਹੜਾ ਟੇਬਲ ਆਜ ਸਾਹਮਣੇ ਬਣਿਆ ਹੈ, x10 ਹੈਗਾ y10 ਹੈ, ਇਹ ਧਿਆਨ ਨਾਲ ਸਮਝਣਾ। x10 ਹੈ, ਪਹਿਲਾਂ ਮੈਂ x ਦੇ 10 ਤੱਕ ਗਿਆ, ਉੱਥੇ ਕੁਝ ਨਹੀਂ ਕਰਨਾ। x10 ਦੇ ਕੋਰਸਪੋਂਡਿੰਗ y ਵੀ 10 ਹੈ, ਇਹ 10 ਦੇ ਉੱਪਰ ਹੀ y ਦੇ ਸਾਹਮਣੇ 10 ਤੱਕ ਚੱਲ ਜਾਓ। ਇਹ x10 ਹੈ ਨਾ, ਉਹਦੇ ਸਾਹਮਣੇ ਹੀ ਇਹ ਪੁਆਇੰਟ ਆ ਗਿਆ ਮੇਰੇ ਕੋਲ। ਇਹ ਪੁਆਇੰਟ ਇੱਥੇ ਮੈਂ ਸ਼ੋ ਕਰਾਂਗਾ 10,10, x10 ਹੈ y10 ਹੈ। x10 ਦਾ ਮੀਨਿੰਗ ਹੈ ਪਹਿਲਾਂ ਮੈਂ x ਦੇ 10 ਤੱਕ ਗਿਆ, ਫਿਰ ਉਹਦੇ ਕੋਰਸਪੋਂਡਿੰਗ ਉੱਪਰ y ਦੇ 10 ਤੱਕ ਚੱਲ ਗਿਆ, y ਦੇ ਸਾਹਮਣੇ 10 ਤੱਕ। ਅਗਲਾ ਪੁਆਇੰਟ ਹੈਗਾ x20 y20, ਪਹਿਲਾਂ ਮੈਂ x ਦੇ 20 ਤੱਕ ਗਿਆ, ਪਰ ਉੱਥੇ ਸ਼ੋ ਨਹੀਂ ਕਰਨਾ ਪੁਆਇੰਟ, ਉਹਦੇ ਕੋਰਸਪੋਂਡਿੰਗ ਸਾਹਮਣੇ, ਕਿਉਂਕਿ y ਵੀ ਮੇਰਾ 20 ਹੈਗਾ, ਉਹਦੇ 10 20 ਦੇ ਸਾਹਮਣੇ ਹੀ ਇਹ y ਦੇ ਸਾਹਮਣੇ 20 ਤੱਕ ਗਿਆ ਨਾ ਮੈਂ, ਇਹ ਮੈਂ 20 ਤੱਕ ਚੱਲ ਗਿਆ ਤੇ ਇੱਥੇ ਮੈਂ ਪੁਆਇੰਟ ਸ਼ੋ ਕਰਾਂਗਾ 20,20। ਠੀਕ ਹੈ, ਫਿਰ ਸਮਝ ਲਓ x20 ਦਾ ਮਤਲਬ ਹੈ ਕਿ ਪਹਿਲਾਂ ਮੈਂ 20 ਤੱਕ ਜਾਵਾਂਗਾ, ਫਿਰ ਉਹਦੇ ਕੋਰਸਪੋਂਡਿੰਗ y ਦੇ ਸਾਹਮਣੇ 20 ਤੱਕ ਜਾਵਾਂਗਾ, y ਦੇ ਕੋਰਸਪੋਂਡਿੰਗ 20 ਤੱਕ। ਇੱਕ ਪੁਆਇੰਟ ਆ ਗਿਆ 10 10, ਇੱਕ ਪੁਆਇੰਟ ਆ ਗਿਆ 20 20। ਇਹ ਦੋਨਾਂ ਨੂੰ ਆਪਸ 'ਚ ਜੁਆਇਨ ਕਰ ਦਿਓ। ਜਦੋਂ ਇਹ ਦੋਨਾਂ ਨੂੰ ਜੁਆਇਨ ਕਰਾਂਗੇ, ਇਹਨੂੰ ਅਸੀਂ ਨੀਚੇ ਓਰੀਜਨ ਦੇ ਨਾਲ ਵੀ ਜੁਆਇਨ ਕਰਨਾ ਹੈ, ਇਹ ਖਿਆਲ ਰੱਖਣਾ ਹੈਗਾ। ਜਦੋਂ ਇਹ 2 ਪੁਆਇੰਟਸ ਨੂੰ ਅਸੀਂ ਜੁਆਇਨ ਕਰਨਾ ਹੈ, ਇਹਨੂੰ ਇਹਦੇ ਨਾਲ ਓਰੀਜਨ ਦੇ ਨਾਲ ਵੀ ਜੁਆਇਨ ਕਰ ਦੇਣਾ ਹੈ ਤੇ ਇਹ ਲਾਈਨ ਨੂੰ ਅੱਗੇ ਵੀ ਐਕਸਟੈਂਡ ਕਰ ਦੇਣਾ ਹੈਗਾ, ਵਧਾ ਦੇਣਾ ਹੈਗਾ। ਇੱਕ ਤਾਂ ਪਹਿਲਾ ਸਟੈਪ ਹੈ ਚੇਂਜ ਹੈਗਾ, ਇੱਕ ਹੈ ਟੇਬਲ ਚੇਂਜ ਹੈ, ਇੱਕ ਤਾਂ ਜਿਹੜਾ ਮੈਂ ਕਿ ਓਰੀਜਨ ਦਾ ਚੇਂਜ ਹੈ। ਠੀਕ ਹੈ, ਇਹ 'ਚ ਟੈਸਟਿੰਗ ਪੁਆਇੰਟ ਦੇ ਵਿੱਚ 0 0 ਓਰੀਜਨ ਨਹੀਂ ਲੈਣੀ, ਬਾਕੀ ਜੋ ਮਰਜ਼ੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਠੀਕ ਹੈ, ਜੋ ਮਰਜ਼ੀ ਟੈਸਟਿੰਗ ਪੁਆਇੰਟ ਲਓ, ਪਰ 0 0 ਓਰੀਜਨ ਨਹੀਂ ਲੈਣਾ ਕਿਸੇ ਵੀ ਬੱਚੇ ਨੇ। ਇੱਕ ਮੈਂ ਦੱਸਣ ਲੱਗਿਆ ਮੈਂ ਮੈਥਡ ਟੈਸਟਿੰਗ ਪੁਆਇੰਟ ਲੈਣ ਦਾ। ਲਾਸਟ ਵਾਲੀ ਵੈਲਿਊ ਦੇਖ ਲਿਆ ਕਰੋ, ਹਾਈਐਸਟ ਵੈਲਿਊ ਕਿੰਨੀ ਹੈਗੀ 60। 60 ਦੇ ਸਾਹਮਣੇ ਕੋਈ ਵੀ ਲੈ ਲਓ, 60,10 ਲੈ ਲਓ, 60,20 ਲੈ ਲਓ, 60,30 ਲੈ ਲਓ। ਲਾਸਟ ਵਾਲੀ ਵੈਲਿਊ ਦੇ ਸਾਹਮਣੇ ਕੋਈ ਵੀ ਵੈਲਿਊ ਲੈ ਲਿਆ ਕਰੋ। ਠੀਕ ਹੈ, ਇੱਕ ਸਭ ਤੋਂ ਵੱਡੀ ਵੈਲਿਊ ਲੈ ਲਓ, ਉਹਦੇ ਸਾਹਮਣੇ ਤੁਸੀਂ 60,10 ਵੀ ਲੈ ਸਕਦੇ ਹੋ ਜਾਂ 60,20। ਮੈਂ 60,20 ਲਿੱਤਾ ਟੈਸਟਿੰਗ ਪੁਆਇੰਟ। ਹੁਣ ਦੇਖੋ 60,20 ਹੈ ਮੇਰਾ ਟੈਸਟਿੰਗ ਪੁਆਇੰਟ। ਹੁਣ ਮੇਰੀ ਜਿਹੜੀ ਫਿਜ਼ੀਬਲ ਰੀਜਨ ਹੈਗਾ ਉਹ ਇਹਦੇ ਅਕੋਰਡਿੰਗ ਸ਼ੇਡ ਹੋਣਾ ਹੈਗਾ। ਮੇਰਾ ਹੁਣ ਧਿਆਨ ਓਰੀਜਨ ਵੱਲ ਨਹੀਂ ਹੋਣਾ ਚਾਹੀਦਾ, ਮੇਰਾ ਪੁਆਇੰਟ ਧਿਆਨ ਇਹਦੇ ਵੱਲ ਹੋਣਾ ਚਾਹੀਦਾ। ਮੈਂ ਪਹਿਲਾਂ 60,20 ਨੂੰ ਨੰਬਰ 1 ਵਿੱਚ ਪੁੱਟ ਕੀਤਾ, ਮੇਰੇ ਕੋਲ ਆ ਗਿਆ 60 + 3 × 20 ≤ 60। 3 × 20 60, 60 + 60 120, 120 ≤ 60। ਇਹ ਫਾਲਸ ਆਏਗਾ। ਫਾਲਸ ਦਾ ਮਤਲਬ ਹੈ ਜਿਹੜੀ ਮੈਂ ਇਹ ਲਾਈਨ ਡਰਾ ਕੀਤੀ ਹੋਈ ਹੈ, ਇਹਦਾ ਆਨਸਰ ਫਾਲਸ ਹੈ। ਫਾਲਸ ਦਾ ਮਤਲਬ ਹੈ ਕਿ ਮੇਰਾ ਜਿਹੜਾ ਫਿਜ਼ੀਬਲ ਰੀਜਨ ਹੈਗਾ ਉਹ ਇਸ ਪੁਆਇੰਟ ਨੂੰ ਕੰਟੇਨ ਨਹੀਂ ਕਰੇਗਾ। ਇਸ ਪੁਆਇੰਟ ਨੂੰ, ਇਹ ਲਾਈਨ ਜਿਹੜੀ ਹੈਗੀ ਹੈ, ਇਹਦਾ ਜਿਹੜਾ ਫਿਜ਼ੀਬਲ ਰੀਜਨ ਹੈ ਇਹਨੂੰ ਕੰਟੇਨ ਨਹੀਂ ਕਰੇਗਾ। ਇਹਦਾ ਮਤਲਬ ਹੈ ਮੈਂ ਉੱਪਰ ਵਾਲੀ ਸਾਈਡ ਨਹੀਂ ਜਾਣਾ, ਨੀਚੇ ਵਾਲੀ ਸਾਈਡ ਆਣਾ, ਕਿਉਂਕਿ ਮੇਰਾ ਆਨਸਰ ਫਾਲਸ ਹੈ। ਜੇ ਮੇਰਾ ਆਨਸਰ ਟਰੂ ਹੁੰਦਾ ਫਿਰ ਮੈਂ ਇਹਨੂੰ ਕੰਟੇਨ ਕਰਨਾ ਸੀ, ਫਿਰ ਮੇਰੀ ਇਹ ਸ਼ੇਡਿੰਗ ਉੱਪਰ ਵਾਲੀ ਸਾਈਡ ਹੋਣੀ ਸੀ, ਇਸ ਪੁਆਇੰਟ ਵਾਲੀ ਸਾਈਡ। ਇਹਦੇ ਵੱਲ ਨਹੀਂ ਦੇਖਣਾ ਓਰੀਜਨ ਵੱਲ, ਮੈਂ ਬਾਰ-ਬਾਰ ਕਹਿੰਦਾ ਪਿਆ ਇਹਦੇ ਵੱਲ ਦੇਖੋ, ਇਸ ਪੁਆਇੰਟ ਵੱਲ, ਕਿਉਂਕਿ ਮੇਰਾ ਆਨਸਰ ਫਾਲਸ ਹੈ। ਇਸ ਲਈ ਇਸ ਲਾਈਨ ਦੀ ਜਿਹੜੇ ਫਿਜ਼ੀਬਲ ਰੀਜਨ ਬਣੇਗਾ ਉਹ ਨੀਚੇ ਨੂੰ ਬਣੇਗਾ, ਇਸ ਲਈ ਇਹਦੀ ਸ਼ੇਡਿੰਗ ਥੱਲੇ ਨੂੰ ਹੋਏਗੀ। ਹੁਣ ਨੰਬਰ 3 'ਚ ਪੁੱਟ ਕਰ ਦਿਓ, 60,20 x ਦੀ ਹੈਗਾ 60, y ਦੀ ਹੈਗਾ 20। 60 + 20 > 10, ਇਹ ਆ ਗਿਆ 80 > 10। ਇਹਦਾ ਆਨਸਰ ਟਰੂ ਆਏਗਾ। ਜਿਹੜੀ ਇਹ ਲਾਈਨ ਹੈਗੀ ਹੈ ਇਹਦਾ ਆਨਸਰ ਟਰੂ ਆ ਗਿਆ। ਇਹਦਾ ਮੀਨਿੰਗ ਇਹਦਾ ਜਿਹੜਾ ਫਿਜ਼ੀਬਲ ਰੀਜਨ ਹੈਗਾ ਉਹ 60,20 ਨੂੰ ਕੰਟੇਨ ਕਰੇਗਾ, ਇਸ ਲਈ ਇਹਦੀ ਜਿਹੜੀ ਸ਼ੇਡਿੰਗ ਹੈਗੀ ਉੱਪਰ ਵਾਲੀ ਸਾਈਡ ਹੋਏਗੀ। ਇਸ ਲਾਈਨ ਦੀ ਸ਼ੇਡਿੰਗ ਥੱਲੇ ਵਾਲੀ ਸਾਈਡ ਹੈ, ਇਹਦੀ ਉੱਪਰ ਵਾਲੀ ਸਾਈਡ। ਹੁਣ ਇਸ ਲਾਈਨ ਵੱਲ ਚੱਲਦੇ ਹਾਂ। ਠੀਕ ਹੈ, ਨੰਬਰ 5 ਵਿੱਚ ਪੁੱਟ ਕਰ ਦਿਓ। ਨੰਬਰ 5 ਵਾਲੀ ਮੇਰੀ ਇਕੁਏਸ਼ਨ ਕਿਹੜੀ ਹੈਗੀ ਹੈ ਵਾਲੀ 60 ਤੇ 20,
एक्स दी जगह 60 वाई दी जगह 20 60 लैस दैन इक्वल टू 20 60 20 तो छोटा नहीं होंदा ਇਹਦਾ आंसर भी फॉल्स आएगा फॉल्स ਦਾ मतलब है कि ਜਿਹੜੀ ਇਹ ਲਾਈਨ ਹੈਗੀ ओरिजिन वाली ਇਹਦਾ आंसर फॉल्स है ਇਹਦਾ मीनिंग है ਜਿਹੜਾ ਇਹਦਾ फिजिबल रीजन है ਉਹ ਇਸ ਪੁਆਇੰਟ ਨੂੰ ਕੰਟੇਨ ਨਹੀਂ ਕਰੇਗਾ ਇਹਦਾ मीनिंग ਇਹਦੀ ਸ਼ੇਡਿੰਗ ਇੱਧਰ ਨੂੰ ਹੋਏਗੀ ठीक है क्योंकि जो ट्रू आंदा फिर इनू कंटेन करना सी फिर शेडिंग थल्ले नू होनी सी इस पॉइंट वाली साइड क्योंकि इस लाइन का आंसर फॉल्स है ठीक है फॉल्स है इसलिए दी शेडिंग ऊपर नू होनी है हुण देखो शेडिंग किस तरह हुई ਇਹਦਾ आंसर फॉल्स है ठीक है शेडिंग थल्ले नू ਇਹਦਾ आंसर ट्रू है ਇਹਦੀ शेडिंग ऊपर नू ਇਹਦਾ आंसर फॉल्स है शेडिंग इधर नू ਇਹਦਾ मतलब मेरे को कॉमन शेडिंग है होनी है ਇਹਦੇ कॉर्नर पॉइंट्स की आ गए एक पॉइंट ये आ गया ए ਇਹਨੂੰ मैं 5,5 ग्राफ विच बनाओगे ऑटोमैटिकली पता लग जाएगा फिलहाल तो समझा दांगा 5,5 किस तरह है एक है बी पॉइंट 15,15 एक है पॉइंट सी पॉइंट 0,20 एक है डी पॉइंट 0,10 ਇਹ ਮੇਰੇ 4 पॉइंट्स निकल आए कॉर्नर पॉइंट्स फिजिबल रीजन ਦੇ ਇਹ ਜਿਹੜੇ 4 पॉइंट्स निकल आए एक है ए पॉइंट है 5,5 एक है बी पॉइंट है 15,15 एक है सी पॉइंट है 0,20 एक है डी पॉइंट है 0,10 ਇਹ ਜਿਹੜੇ 4 कॉर्नर पॉइंट्स है मैं 1 बाय 1 जेड विच पुट करने हैं तो वो मेरी मैक्सिमम तो मिनिमम वैल्यू निकल आएगी ਇਹ मैं पुट किए हुए पहला ए पॉइंट पुट किया है जेड विच फिर बी पॉइंट पुट किया है जेड विच फिर सी पॉइंट तो फिर डी पॉइंट मैक्सिमम वैल्यू मेरे को निकलती पई है 180 ठीक है 180 मैक्सिमम वैल्यू कि निकलती पई मेरे को 180 ऐसे मेरे को मिनिमम वैल्यू भी निकलती पई है पर तुम देखो सब तो पहला तो मैक्सिमम वैल्यू जो निकलेगी मैक्सिमम वैल्यू मेरे को कितनी निकलती पई है 180 तो 180 किहड़े पॉइंट उपर निकलती पई है 2 पॉइंट उपर देखो 180 2 बारी आंदा पिया किहड़े पॉइंट उपर 180 आंदा पिया एक 15,15 तो एक 0,20 मैं लिखांगा मैक्सिमम वैल्यू इज इक्वल टू 180 एट 15,15 एंड दूजा पॉइंट किहड़ा निकलिया मेरे को 0,20 2 पॉइंट उपर मैक्सिमम वैल्यू निकलेगी तो मिनिमम वैल्यू एक ही है वो मेरी वैल्यू हैगी 60 और मिनिमम वैल्यू ही निकल आएगी ठीक है मिनिमम वैल्यू कितनी निकल आएगी मेरे को 60 हुण जिहड़ा मेन समझण वाला इहदे च पॉइंट है वो यह पॉइंट है कि यह वाला जिहड़ा पॉइंट है 5,5 आया किस तरह कॉर्नर पॉइंट सुनो जिहड़ी यह लाइन हैगी है यह लाइन किहड़ी हैगी मेरे को रफली सोल्व करना जो मैं बोलदा पिया यह लाइन मेरे को हैगी है x प्लस वाई इज इक्वल टू 10 ठीक है इनू नंबर 1 मार्क कर दो रफ च लिखना है तो जी यह लाइन उन्होंने कटती पई है जिथे ए पॉइंट बनता पाया एक है लाइन तो एक है लाइन नू यह लाइन कि है यह लाइन मेरे को हैगी है एक्स इज इक्वल टू वाई वाली यह लाइन है मेरे को एक्स इज इक्वल टू वाई वाली नंबर 2 लिख लो देखो एक्स की वैल्यू वाई दी हुई है इत्थे पुट कर दो एक्स की वैल्यू वाई इत्थे पुट कर दो उपर वाई प्लस वाई इज इक्वल टू 10 2y इज इक्वल टू 10 तो वाई का आंसर कितना आ जाएगा 5 यह वाई की वैल्यू 5 इत्थे पुट कर दो तो एक्स का आंसर भी कितना आ जाएगा 5 एदा मीनिंग है पॉइंट की बनेगा मेरे को 5,5 सिमिलरली यह पॉइंट देखना हो जरा बी मैं लिखा 15,15 किस तरह आया ए लाइन देखो ए लाइन केड़ी हैगी मेरे को ठीक है जी स्टार्टिंग च लाइन हैगी सी ए लाइन केड़ी हैगी सी x प्लस 3y जी लाइन हैगी है सेम ऐसे सोल्व करना है x प्लस 3y इज इक्वल टू 60 एक है लाइन ले लो तो नाल ए लाइन जी कटती पई है कि लाइन हैगी x इज इक्वल टू y वाली ठीक है ए वाली फिर दोनों सोल्व कर लो जिस इतने मैं रफली सोल्व किया है ठीक है हुण यह लाइन x प्लस 3y इज इक्वल टू 60 लैके चल पो रफ विच नाल x इज इक्वल टू y उन्होंने सोल्व करोगे तो यह बी पॉइंट निकल आएगा 15,15 बाकी अगे तुहानूं दस दिता जिहड़े 4 पॉइंट्स निकले कॉर्नर पॉइंट्स चारों पॉइंट जेड विच पुट किए हुए हैं वो मैक्सिमम तो मिनिमम वैल्यू लिख लेनी हैगी है ठीक है मैक्सिमम वैल्यू की आएगी तो मिनिमम वैल्यू की आएगी इहदे रिलेटेड जिहड़े सम ट्राई करने बच्चों ने ठीक है वो ध्यान नाल देख लो जिहड़े बच्चों ने सम ट्राई करने हैं एक बी तो सी यह 2 पार्ट करने जी तुहानूं पहलां स्टार्टिंग च एग्जाम्पल कराई है यह नहीं करना हाले ठीक है भी नहीं नाल 2 पार्ट यह करने यह जिहड़े हुण ओरिजिन वाली एग्जाम्पल कराई है वो रिलेटेड 2 सम है ठीक है ये ओरिजिन वाले सम्स होर भी है तो यह सारे सम ओरिजिन वाले हैगे ठीक है जिन्ने भी सम है सारे ओरिजिन वाले सम है तो बहुत इंपोर्टेंट सम है ये 4 मार्क्स का सम पेपर के आना है फाइनल पेपर के 4 मार्क्स का सम ये सारे सम ओरिजिन वाले है ठीक है यह सम भी नाल ट्राई करने ये जिन्ने भी सम दसे ओरिजिन वाले जी तुहानूं सैकेंड एग्जाम्पल कराई है यह सारे नाल ट्राई करने बच्चों ने।